ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਗੌੜੀ ਚੇਤੀ ਬਾਣੀ ਨਾਮਦੇਵ ਜੀਓ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਗੌੜੀ ਦੀ ਚੇਤੀ ਜਾਤੀ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਭਗਤ ਨਾਮਦੇਵ ਜੀ ਦੀ ਬਾਣੀ ਦਰਜ ਕਰਦੇ ਹਨ, ਮੰਗਲ ਕਰਦੇ ਹਨ। ਇੱਕ ਜੋ ਅਦਵੈਤ ਸਰੂਪ ਬ੍ਰਹਮ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰ ਕਹੀਏ ਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਜੋ ਪ੍ਰਾਪਤ ਹੁੰਦਾ ਹੈ। ਸੋ ਭਗਤ ਨਾਮਦੇਵ ਜੀ ਰਾਮ ਨਾਮ ਦਾ ਉਪਦੇਸ਼ ਦਿਆ ਕਰਦੇ ਸਨ ਅਤੇ ਆਪ ਵੀ ਰਾਮ ਨਾਮ ਜਪਿਆ ਕਰਦੇ। ਇੱਕ ਦਿਨ ਕਿਸੇ ਨੇ ਤਰਕ ਮਾਰਦੇ ਹੋਏ ਕਿਹਾ ਕਿ ਹੇ ਨਾਮਦੇਵ, ਤੂੰ ਰਾਮ ਰਾਮ ਕਹਿੰਦਾ ਰਹਿੰਦਾ ਹੈ ਕਿ ਇਹ ਰਾਮ ਦਾ ਨਾਮ ਤੈਨੂੰ ਮੁਕਤ ਵੀ ਕਰੇਗਾ। ਤਾਂ ਉਸ ਦੀ ਗੱਲ ਸੁਣ ਕੇ ਭਗਤ ਨਾਮਦੇਵ ਜੀ ਇਹ ਪਾਵਨ ਸ਼ਬਦ ਉਚਾਰਦੇ ਹਨ। ਚੱਲ ਰਹੀ ਲੜੀਵਾਰ ਵਿਚਾਰ ਦੇ ਵਿੱਚ ਪਾਵਨ ਅੰਗ 344 ਅਤੇ 345 ਤੇ ਭਗਤ ਜੀ ਕਿਰਪਾ ਕਰ ਰਹੇ ਹਨ। ਦੇਵਾ ਪਾਹਨ ਤਾਰੀਅਲੇ ਰਾਮ ਕਹਿਤ ਜਨ ਕਸ ਨਾ ਤਰੇ ਰਹਾਉ। ਹੇ ਭਾਈ, ਦੇਵਾ ਪ੍ਰਕਾਸ਼ ਰੂਪ ਪਰਮੇਸ਼ਰ ਨੇ ਤਾਂ ਪਾਹਨ ਪੱਥਰਾਂ ਨੂੰ ਵੀ ਤਾਰ ਦਿੱਤਾ ਹੈ। ਜਿਵੇਂ ਭਗਵਾਨ ਰਾਮਚੰਦਰ ਜੀ ਦੇ ਰੂਪ ਵਿੱਚ ਪੱਥਰਾਂ ਉੱਪਰ ਰਾਮ ਨਾਮ ਲਿਖ ਕੇ ਸਮੁੰਦਰ ਵਿੱਚ ਤਾਰਿਆ ਸੀ, ਪਰਮੇਸ਼ਰ ਨੇ ਪਾਹਨ ਪੱਥਰਾਂ ਵਰਗੇ ਭਾਰੇ ਪਾਪੀ ਵੀ ਸੰਸਾਰ ਸਮੁੰਦਰ ਤੋਂ ਤਾਰੀਅਲੇ ਕਈਏ ਤਾਰ ਦਿੱਤੇ ਹਨ। ਸੋ ਦੇਵਾ ਪੰਡਤ ਦੀ ਸਾਖੀ ਆਉਂਦੀ ਹੈ। ਪੰਡਰਪੁਰ ਸ਼ਹਿਰ ਦੇ ਵਿੱਚ ਇੱਕ ਸਿੱਧੇ ਸਾਦੇ ਸੁਭਾਅ ਵਾਲਾ ਦੇਵਾ ਨਾਮੇ ਪੰਡਤ ਰਹਿੰਦਾ ਸੀ। ਇਹ ਪਰਮੇਸ਼ਰ ਦੇ ਨਾਮ ਦਾ ਚਿੰਤਨ ਕਰਦਾ ਰਹਿੰਦਾ ਸੀ। ਉੱਥੇ ਪੰਡਰਪੁਰ ਵਿੱਚ ਇੱਕ ਬ੍ਰਾਹਮਣ ਜੋ ਮੰਦਰ ਵਿੱਚ ਠਾਕੁਰਾਂ ਦੀ ਪੂਜਾ ਕਰਿਆ ਕਰਦਾ ਸੀ। ਪੰਡਰਪੁਰ ਦੇ ਰਾਜੇ ਵੱਲੋਂ ਠਾਕੁਰਾਂ ਦੇ ਗਲ ਵਿੱਚ ਪਾਉਣ ਲਈ ਹਰ ਰੋਜ਼ ਇੱਕ ਫੁੱਲਾਂ ਦੀ ਮਾਲਾ ਆਉਂਦੀ ਸੀ, ਜੋ ਬਾਅਦ ਵਿੱਚ ਉਹ ਮਾਲਾ ਪ੍ਰਸਾਦ ਦੇ ਤੌਰ 'ਤੇ ਫਿਰ ਰਾਜੇ ਨੂੰ ਦਿੱਤੀ ਜਾਂਦੀ ਸੀ ਅਤੇ ਰਾਜਾ ਆਪਣੇ ਗਲ ਵਿੱਚ ਪਾ ਲੈਂਦਾ। ਇੱਕ ਦਿਨ ਦੀ ਗੱਲ ਹੈ, ਇਸ ਪੰਡਤ ਨੂੰ ਪ੍ਰਾਹੁਣੇਚਾਰੀ ਵਿੱਚ ਕੰਮ ਪੈ ਗਿਆ। ਤਾਂ ਇਸ ਨੇ ਦੇਵਾ ਪੰਡੇ ਨੂੰ ਮੰਦਰ ਵਿੱਚ ਠਾਕੁਰਾਂ ਦੀ ਪੂਜਾ ਕਰਨ ਲਈ ਕਹਿ ਦਿੱਤਾ ਕਿ ਇੱਕ ਦਿਨ ਤੂੰ ਸਵੇਰੇ ਸ਼ਾਮ ਠਾਕੁਰਾਂ ਦੀ ਪੂਜਾ ਕਰ ਦੇਵੀਂ ਅਤੇ ਰਾਜੇ ਵੱਲੋਂ ਆਈ ਮਾਲਾ ਠਾਕੁਰਾਂ ਦੇ ਗਲ ਵਿੱਚ ਪਾ ਦੇਵੀਂ। ਇਉਂ ਉਹ ਪੰਡਤ ਦੇਵਾ ਪੰਡੇ ਨੂੰ ਸਮਝਾ ਕੇ ਚਲਾ ਗਿਆ। ਅਗਲੇ ਦਿਨ ਸਵੇਰੇ ਇਸ ਨਿਸ਼ਕਪਟ ਤੇ ਸਿੱਧੇ ਭਗਤ ਦੇਵਾ ਪੰਡੇ ਨੇ ਠਾਕੁਰਾਂ ਦਾ ਇਸ਼ਨਾਨ ਕਰਵਾ ਦਿੱਤਾ ਅਤੇ ਰਾਜੇ ਵੱਲੋਂ ਆਈ ਹੋਈ ਫੁੱਲਾਂ ਦੀ ਮਾਲਾ ਠਾਕੁਰਾਂ ਦੇ ਗਲ ਵਿੱਚ ਪਾ ਦਿੱਤੀ। ਰਾਜੇ ਨੂੰ ਕਿਸੇ ਕਾਰਨ ਕਰਕੇ ਦੇਰੀ ਹੋ ਗਈ ਤਾਂ ਇਸ ਦੇਵਾ ਪੰਡੇ ਨੂੰ ਚੇਤਾ ਆਇਆ ਕਿ ਇਹ ਮਾਲਾ ਤਾਂ ਰਾਜੇ ਦੇ ਗਲ ਵਿੱਚ ਪਾਉਣੀ ਸੀ। ਉਹ ਮਾਲਾ ਲਾ ਕੇ ਆਪਣੇ ਗਲ ਵਿੱਚ ਪਾ ਲਈ ਅਤੇ ਰਾਜੇ ਦੇ ਦਰਬਾਰ ਵੱਲ ਚੱਲ ਪਿਆ। ਰਾਜੇ ਦੇ ਮਹਿਲਾਂ ਕੋਲ ਜਾ ਕੇ ਚੇਤਾ ਆਇਆ ਕਿ ਇਹ ਮਾਲਾ ਤਾਂ ਰਾਜੇ ਦੇ ਗਲ ਵਿੱਚ ਪਾਉਣੀ ਸੀ ਅਤੇ ਮੈਂ ਤਾਂ ਆਪਣੇ ਗਲ ਵਿੱਚ ਪਾ ਲਈ। ਇਹ ਸੋਚ ਕੇ ਉਸਨੇ ਛੇਤੀ ਨਾਲ ਉਹ ਮਾਲਾ ਲਾ ਲਈ, ਜਿਸ ਕਾਰਨ ਕਰਕੇ ਮਾਲਾ ਨਾਲ ਇਸ ਦੀ ਦਾੜ੍ਹੀ ਦਾ ਧੌਲੇ ਲੱਗ ਗਏ, ਭਾਵ ਇੱਕ ਵਾਲ ਲੱਗ ਗਿਆ। ਫਿਰ ਜਾ ਕੇ ਰਾਜੇ ਕੋਲ ਪੇਸ਼ ਕਰ ਦਿੱਤੀ। ਰਾਜੇ ਨੇ ਕਿਹਾ ਕਿ ਦੂਸਰਾ ਪੰਡਤ ਜੋ ਮੰਦਰ ਦਾ ਪੁਜਾਰੀ ਹੈ, ਉਹ ਕਿਉਂ ਨਹੀਂ ਆਇਆ? ਤਾਂ ਇਸ ਨੇ ਕਿਹਾ ਕਿ ਉਹ ਤਾਂ ਆਪਣੇ ਪ੍ਰਾਹੁਣਾਚਾਰੀ ਵਿੱਚ ਗਿਆ। ਉਸਨੇ ਮੈਨੂੰ ਠਾਕੁਰਾਂ ਦੀ ਸੇਵਾ ਕਰਨ ਲਈ ਕਿਹਾ ਸੀ ਕਿ ਚੰਗੀ ਤਰ੍ਹਾਂ ਠਾਕੁਰਾਂ ਦੀ ਇਸ਼ਨਾਨ ਪਾਨ ਕਰਵਾ ਦੇਵੀਂ। ਮੈਂ ਚੰਗੀ ਤਰ੍ਹਾਂ ਸੇਵਾ ਕਰਕੇ ਤੁਹਾਡੇ ਲਈ ਇਹ ਮਾਲਾ ਲੈ ਕੇ ਆਇਆ ਹਾਂ। ਜਦ ਰਾਜਾ ਮਾਲਾ ਆਪਣੇ ਗਲ ਵਿੱਚ ਪਾਉਣ ਲੱਗਾ ਤਾਂ ਉਸ ਨਾਲ ਧੌਲੇ ਲੱਗੇ ਵੇਖ ਕੇ ਦੇਵਾ ਪੰਡੇ ਨੂੰ ਵਿਅੰਗ ਬਚਨਾਂ ਨਾਲ ਕਹਿੰਦਾ ਕਿ ਪੰਡਤ ਜੀ, ਲੱਗਦਾ ਹੈ ਠਾਕੁਰਾਂ ਦੇ ਧੌਲੇ ਆ ਗਏ ਹਨ। ਉਹ ਨਿਸ਼ਕਪਟ ਤੇ ਸੂਧੇ ਭਗਤ ਦੇਵਾ ਪੰਡੇ ਨੇ ਵੀ ਕਹਿ ਦਿੱਤਾ ਕਿ ਹਾਂਜੀ, ਠਾਕੁਰਾਂ ਦੇ ਧੌਲੇ ਆ ਗਏ ਹਨ। ਤਾਂ ਰਾਜੇ ਨੇ ਅੱਗੋਂ ਕਿਹਾ ਕਿ ਅੱਛਾ ਚੰਗਾ, ਫਿਰ ਕੱਲ੍ਹ ਨੂੰ ਦੇਖਾਂਗੇ।
ਜੇਕਰ ਧੌਲੇ ਨਾ ਆਏ ਤਾਂ ਤੈਨੂੰ ਕਤਲ ਕਰ ਦਿੱਤਾ ਜਾਵੇਗਾ। ਇਹ ਸੁਣ ਕੇ ਦੇਵਾ ਪੰਡਾ ਵਾਪਸ ਆ ਗਿਆ ਤੇ ਇਕਾਗਰ ਚਿੱਤ ਹੋ ਕੇ ਪਰਮੇਸ਼ਰ ਦੇ ਧਿਆਨ ਵਿੱਚ ਜੁੜ ਗਿਆ। ਜਦ ਰਾਜਾ ਆਪਣੀ ਫੌਜ ਨਾਲ ਮੰਦਰ ਵਿੱਚ ਆਇਆ ਤਾਂ ਪਰਮੇਸ਼ਰ ਨੇ ਆਪਣੇ ਭਗਤ ਦੀ ਪੈਜ ਰੱਖਣ ਲਈ ਅਤੇ ਉਸ ਦਾ ਬਚਨ ਪੂਰਾ ਕਰਨ ਲਈ ਠਾਕੁਰਾਂ ਦੇ ਦਾੜੀ ਲਾ ਦਿੱਤੀ। ਰਾਜੇ ਨੇ ਦਾੜੀ ਵੇਖ ਕੇ ਕਿਹਾ ਕਿ ਪੰਡਤ ਬਹੁਤ ਚਲਾਕ ਹੈ, ਪੱਥਰਾਂ 'ਤੇ ਤਾਂ ਕਦੇ ਦਾੜੀ ਨਹੀਂ ਆ ਸਕਦੀ, ਇਸ ਨੇ ਨਕਲੀ ਲਾ ਦਿੱਤੀ ਹੋਣੀ ਹੈ। ਇਹ ਸੋਚ ਕੇ ਜਦੋਂ ਰਾਜੇ ਨੇ ਦਾੜੀ ਖਿੱਚੀ ਤਾਂ ਉਸ ਵਿੱਚੋਂ ਖੂਨ ਸਿਮ ਕੇ ਬੂੰਦਾਂ ਡਿੱਗਣ ਲੱਗ ਪਈਆਂ। ਇਹ ਕੌਤਕ ਵੇਖ ਕੇ ਰਾਜਾ ਉਸ ਪੰਡਤ ਦੇ ਪੈਰੀਂ ਪੈ ਗਿਆ। ਇਉਂ ਪਰਮੇਸ਼ਰ ਨੇ ਠਾਕੁਰਾਂ ਦੀ ਮੂਰਤੀ ਉੱਪਰ ਦਾੜੀ ਲਾ ਕੇ ਉਹ ਦੇਵਾ ਨਾਮੇ ਪੰਡਤ ਦੀ ਪੈਜ ਰੱਖੀ ਤੇ ਉਸ ਨੂੰ ਤਾਰਿਆ। ਫਿਰ ਜੋ ਰਾਮ ਦਾ ਨਾਮ ਉਚਾਰਨ ਕਰਦੇ ਹਨ ਉਹ ਭਲਾ ਕਿਉਂ ਨਹੀਂ ਤਰਨਗੇ? ਜ਼ਰੂਰ ਤਰ ਜਾਣਗੇ। ਸੋ ਫਿਰ ਪ੍ਰਸ਼ਨ ਕਰਦੇ, ਹੈ ਨਾਮਦੇਵ ਜੀ, ਇਸ ਰਾਮ ਨਾਮ ਨੇ ਕਿਸੇ ਹੋਰ ਨੂੰ ਵੀ ਤਾਰਿਆ ਹੈ? ਤਾਂ ਭਗਤ ਜੀ ਦੱਸਦੇ ਹਨ, ਤਾਰੀਲੇ ਗਨਕਾ ਬਿਨ ਰੂਪ ਕੁਬਜਾ, ਬਿਆਦ ਅਜਾਮਲ ਤਾਰੀ ਅਲੇ। ਹੇ ਭਾਈ, ਉਸ ਰਾਮ ਦੇ ਨਾਮ ਨੇ ਤਾਂ ਗਨਕਾ ਵੇਸ਼ਵਾ ਨੂੰ ਵੀ ਤਾਰਨਾ ਕੀਤਾ ਸੀ। ਬਿਨਾਂ ਰੂਪ ਸੁੰਦਰ ਸਰੂਪ ਤੋਂ ਬਿਨਾਂ ਕੁਬਜਾ ਕੁੱਬੀ ਕੰਸ ਦੀ ਦਾਸੀ ਨੂੰ ਵੀ ਤਾਰਨਾ ਕੀਤਾ ਸੀ। ਬਿਆਦ ਸ਼ਿਕਾਰੀ ਅਤੇ ਅਜਾਮਲ ਨੂੰ ਵੀ ਤਾਰੀ ਅਲੇ ਤਾਰਨਾ ਕੀਤਾ ਸੀ। ਦੱਸਦੇ ਆ, ਇੱਕ ਦਿਨ ਮਹਾਤਮਾ ਬਾਹਰ ਜੰਗਲ ਵਿੱਚ ਰਿਹਾ ਕਰਦੇ ਸਨ। ਇੱਕ ਦਿਨ ਉਹ ਨਗਰ ਵਿੱਚ ਆਏ। ਉੱਧਰੋਂ ਮੀਂਹ ਬਹੁਤ ਪੈਣ ਲੱਗ ਪਿਆ। ਸਿਆਲ ਦੀ ਰੁੱਤ ਸੀ। ਮਹਾਤਮਾ ਦੇ ਬਸਤਰ ਵੀ ਸਾਰੇ ਭਿੱਜ ਗਏ। ਮਹਾਤਮਾ ਨੇ ਉੱਥੇ ਸੱਥ ਵਿੱਚ ਬੈਠੇ ਲੋਕਾਂ ਨੂੰ ਕਿਹਾ ਕਿ ਸਾਡੇ ਸਾਰੇ ਬਸਤਰ ਭਿੱਜ ਗਏ ਹਨ, ਰਾਤ ਨੂੰ ਆਰਾਮ ਕਰਨ ਲਈ ਕਿਸੇ ਭਗਤ ਦਾ ਘਰ ਦੱਸ ਦੇਵੋ। ਤਾਂ ਲੋਕਾਂ ਨੇ ਮਹਾਤਮਾ ਨਾਲ ਮਸ਼ਕਰੀ ਟਿੱਚਰ ਕਰਨ ਵਾਲੇ ਸੁਭਾਅ ਨਾਲ ਮਹਾਤਮਾ ਨੂੰ ਵੇਸ਼ਵਾ ਦੇ ਘਰ ਭੇਜ ਦਿੱਤਾ। ਜਦ ਉੱਥੇ ਪਹੁੰਚੇ ਤਾਂ ਉੱਥੋਂ ਦਾ ਠਾਠ-ਬਾਠ ਵੇਖ ਕੇ ਪੈਰ ਪਿਛਾਂਹ ਵੱਲ ਨੂੰ ਪੁੱਟਣ ਲੱਗੇ। ਉੱਧਰੋਂ ਵੇਸ਼ਵਾ ਦੀ ਨਿਗਾਹ ਮਹਾਂਪੁਰਖਾਂ ਉੱਪਰ ਪੈ ਗਈ। ਉਸ ਦੇ ਚੰਗੇ ਭਾਗ ਜਾਗੇ ਤਾਂ ਮਹਾਂਪੁਰਖਾਂ ਦੇ ਚਰਨੀ ਆ ਡਿੱਗੀ। ਬੇਨਤੀ ਕਰਨ ਲੱਗੀ ਕਿ ਮਹਾਰਾਜ, ਮੈਂ ਬਹੁਤ ਪਾਪਣ ਹਾਂ, ਸਾਰੀ ਜ਼ਿੰਦਗੀ ਮੰਦ ਕਰਮ ਹੀ ਕਰਦੀ ਰਹੀ ਹਾਂ। ਮੇਰੇ ਕੋਲ ਤਾਂ ਬਹੁਤ ਸਾਰੇ ਪਾਪੀ ਮੰਦ ਦ੍ਰਿਸ਼ਟੀ ਵਾਲੇ ਵਸ਼ਈ ਪੁਰਸ਼ ਹੀ ਆਉਂਦੇ ਹਨ। ਤੁਸੀਂ ਅਚਾਨਕ ਹੀ ਮੇਰੇ ਘਰ ਵਿੱਚ ਆਏ ਹੋ, ਕਿਰਪਾ ਕਰੋ ਮੇਰਾ ਵੀ ਉਧਾਰ ਕਰ ਦੇਵੋ। ਮਹਾਂਪੁਰਖ ਕਹਿਣ ਲੱਗੇ ਕਿ ਵੇਸ਼ਵਾ ਦਾ ਪੇਸ਼ਾ ਛੱਡ ਦੇ ਤੇ ਆਹ ਸਾਡੇ ਪਾਸੋਂ ਇੱਕ ਤੋਤਾ ਲੈ ਕੇ ਰੱਖ ਲੈਣਾ ਕਰ, ਕਿਉਂਕਿ ਇਸ ਤੋਤੇ ਨੂੰ ਅਸੀਂ ਰਾਮ ਨਾਮ ਜਪਾਉਣ ਦਾ ਸੁਭਾਅ ਬਣਾਇਆ ਹੋਇਆ। ਇਸ ਲਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪ ਨਾਮ ਜਪਿਆ ਕਰੀ ਤੇ ਤੋਤੇ ਨੂੰ ਜਪਾਇਆ ਕਰੀ ਅਤੇ ਇਸ ਕੋਲੋਂ ਰਾਮ ਨਾਮ ਸੁਣਿਆ ਕਰੀ, ਪਰਮੇਸ਼ਰ ਭਲਾ ਕਰੇਗਾ। ਇਉਂ ਆਖ ਕੇ ਮਹਾਂਪੁਰਖ ਤਾਂ ਚਲੇ ਗਏ। ਮਹਾਂਪੁਰਖਾਂ ਦੀ ਕਿਰਪਾ ਦ੍ਰਿਸ਼ਟੀ ਵਾਲੇ ਬਚਨ ਸੁਣ ਕੇ ਮੰਨ ਕੇ ਤੋਤੇ ਨੂੰ ਆਪਣੇ ਕੋਲ ਰੱਖ ਲਿਆ ਤੇ ਅੰਮ੍ਰਿਤ ਵੇਲੇ ਪਰਮੇਸ਼ਰ ਦਾ ਨਾਮ ਆਪ ਜਪਿਆ ਕਰੇ ਤੇ ਤੋਤੇ ਕੋਲੋਂ ਜਪਾਇਆ ਕਰੇ। ਇਉਂ ਪਰਮੇਸ਼ਰ ਨਾਲ ਬਹੁਤ ਜ਼ਿਆਦਾ ਪ੍ਰੇਮ ਜਾਗ ਪਿਆ। ਰਾਤ ਨੂੰ ਸੌਣਾ ਵੀ ਛੱਡ ਦਿੱਤਾ। ਇੱਕ ਰਸ ਹੋ ਕੇ ਪਰਮੇਸ਼ਰ ਦੇ ਨਾਮ ਦਾ ਚਿੰਤਨ ਕਰਿਆ ਕਰੇ। ਇੱਕ ਦਿਨ ਹਨੇਰੀ ਰਾਤ ਨੂੰ ਇੱਕ ਜ਼ਹਿਰੀਲੇ ਸੱਪ ਨੇ ਤੋਤੇ ਨੂੰ ਪਿੰਜਰੇ ਵਿੱਚ ਡੱਸ ਕੇ ਮਾਰ ਦਿੱਤਾ। ਆਪ ਪਿੰਜਰੇ ਵਿੱਚ ਬੈਠ ਗਿਆ। ਹਨੇਰੇ ਵਿੱਚ ਹੀ ਨਿੱਤ ਦੇ ਨੇਮ ਅਨੁਸਾਰ ਗਨਕਾ ਤੋਤੇ ਨੂੰ ਰਾਮ ਨਾਮ ਕਹਾਉਣ ਲੱਗੀ, ਪਰੰਤੂ ਤੋਤੋ ਦੀ ਕੋਈ ਆਵਾਜ਼ ਨਾ ਆਈ, ਭਾਵ ਤੋਤੇ ਦੀ ਕੋਈ ਆਵਾਜ਼ ਨਾ ਆਈ। ਉਸਨੇ ਸੋਚਿਆ ਕਿ ਤੋਤਾ ਸੁੱਤਾ ਪਿਆ ਹੈ। ਤੋਤੇ ਨੂੰ ਜਗਾਉਣ ਲਈ ਪਿੰਜਰੇ ਦੇ ਬੂਹੇ ਰਾਹੀਂ ਜਦੋਂ ਪਿੰਜਰੇ ਵਿੱਚ ਹੱਥ ਪਾਇਆ ਤਾਂ ਸੱਪ ਨੇ ਗਨਕਾ ਨੂੰ ਡਸ ਲਿਆ। ਰਾਮ ਨਾਮ ਕਹਿੰਦੀ ਦੇ ਪ੍ਰਾਣ ਨਿਕਲ ਗਏ। ਅੰਤ ਵੇਲੇ ਰਾਮ ਦਾ ਨਾਮ ਲੈਣ ਕਰਕੇ ਬੈਕੁੰਠ ਧਾਮ ਦੀ ਵਸਨੀਕ ਹੋ ਗਈ। ਇਸੇ ਪ੍ਰਕਰਣ ਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇਸ ਪ੍ਰਕਾਰ ਅੰਕਿਤ ਕੀਤਾ ਹੈ। ਗਨਕਾ ਪਾਪਣ ਹੋਏ ਕੈ, ਪਾਪਾਂ ਦਾ ਗਲ ਹਾਰ ਭਰੋਤਾ, ਮਹਾਂਪੁਰਖ ਅਚਾਣ ਚੱਕ, ਗਨਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਇਆਲ ਹੋਏ, ਹੱਥੋਂ ਉਸਨੂੰ ਦਿਤੋਨ ਤੋਤਾ, ਰਾਮ ਨਾਮ ਉਪਦੇਸ ਕਰ, ਖੇਲ ਗਿਆ ਦੇ ਵਣਜ ਸਓਤਾ,
ਲਿਵ ਲਾਗੀ ਤਿਸ ਤੋਤਿਓਂ ਨਿਤ ਪੜ੍ਹਾਏ ਕਰੈ ਅਸੋਤਾ। ਪਤਤ ਉਦਾਹਰਣ RAM ਨਾਮ ਦੁਰਮਤ ਪਾਪ ਕਲੇਵਰ ਧੋਤਾ। ਅੰਤ ਕਾਲ ਜਮ ਜਾਲ ਤੋੜ ਨਰਕੈ ਵਿੱਚ ਨ ਖਾਦਸ ਗੋਤਾ। ਗਈ ਬੈਕੁੰਠ ਬਿਬਾਣ ਚੜ੍ਹ ਨਾਉ ਨਾਰਾਇਣ ਛੋਤ ਅਛੋਤਾ। ਥਾਉ ਨਿਥਾਵੇਂ ਮਾਣ ਮਣੋਤਾ। ਦੂਸਰੀ ਗਨਕਾ ਰਾਜੇ ਜਨਕ ਦੇ ਵੇਲੇ ਹੋਈ ਸੀ, ਜੋ ਉਸ ਦੀ ਪੁਰੀ ਵਿੱਚ ਰਹਿੰਦੀ ਸੀ, ਜਿਸ ਦਾ ਨਾਮ ਪਿੰਗਲਾ ਸੀ। ਇੱਕ ਰਾਤ ਇਸ ਨੂੰ ਕੋਈ ਵੀ ਕਾਮੀ ਪੁਰਖ ਨਾ ਮਿਲਿਆ। ਜਦ ਅੱਧੀ ਰਾਤ ਬਤੀਤ ਹੋ ਗਈ ਤਾਂ ਮਨ ਨੂੰ ਬਹੁਤ ਪਛਤਾਵਾ ਹੋਇਆ। ਇਸ ਦੇ ਪੂਰਬਲੇ ਚੰਗੇ ਭਾਗ ਜਾਗੇ। ਮਨ ਵਿੱਚ ਵਿਚਾਰ ਆਈ ਕਿ ਜੇਕਰ ਇਤਨਾ ਚਿੱਤ ਪਰਮੇਸ਼ਰ ਵੱਲ ਧਿਆਨ ਲਗਾਇਆ ਜਾਵੇ ਤਾਂ ਮੇਰੀਆਂ ਕੁਲਾਂ ਪਵਿੱਤਰ ਹੋ ਜਾਣੀਆਂ ਸਨ, ਸਾਰੇ ਉਧਰ ਜਾਣੇ ਸਨ। ਉਸ ਵੇਲੇ ਸਭ ਕੁਕਰਮ ਛੱਡ ਕੇ ਪਰਮੇਸ਼ਰ ਦੇ ਆਸਰੇ ਹੋ ਕੇ ਨਾਮ ਜਪਣ ਲੱਗ ਪਈ ਅਤੇ ਪਵਿੱਤਰ ਜੀਵਨ ਬਤੀਤ ਕੀਤਾ ਅਤੇ ਰਾਜੇ ਜਨਕ ਦੀ ਸੰਗਤ ਕਰਕੇ ਇਸ ਦਾ ਵੀ ਉਧਾਰ ਹੋਇਆ। ਇਸੇ ਗਨਕਾ ਨੂੰ ਦੱਤਾਤਰੇయ ਨੇ ਆਪਣਾ ਗੁਰੂ ਕਲਪਿਆ ਸੀ। ਗੁਰਬਾਣੀ ਵਿੱਚ ਇਹਨਾਂ ਦੋਵਾਂ ਵੇਸ਼ਵਾ ਦਾ ਪ੍ਰਸੰਗ ਆਉਂਦਾ ਹੈ। ਕੇਦਾਰਾ ਰਾਗ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਵਿੱਚ ਅਜਾਮਲ ਪਿੰਗਲਾ ਲੁਬਤ ਕੁੰਚਰ ਗਏ ਹਰ ਕੈ ਪਾਸ। ਗਨਕਾ ਉਦਰੀ ਹਰ ਕਹਿ ਤੋਤ। ਸੋਰਠ ਰਾਗ ਵਿੱਚ ਹੈ ਜੇ ਸਿਮਰਤ ਗਨਕਾ ਸੀ ਉਦਰੀ ਤਾਕੋ ਜਸ ਉਰ ਧਾਰੋ। ਫਿਰ ਪ੍ਰਸ਼ਨ ਕਰਦੇ ਆ, ਹੇ ਨਾਮਦੇਵ ਜੀ, ਕੀ ਪਰਮੇਸ਼ਰ ਨੇ ਗਨਕਾ ਦੀ ਸੁੰਦਰਤਾ ਦੇਖ ਕੇ ਉਸ ਦਾ ਉਧਾਰ ਕਰ ਦਿੱਤਾ? ਉੱਤਰ ਦਿੰਦੇ, ਹੇ ਭਾਈ, ਉਹ ਪਰਮੇਸ਼ਰ ਰੂਪ 'ਤੇ ਲੁਭਾਏਮਾਨ ਨਹੀਂ ਹੁੰਦਾ। ਉਹ ਤਾਂ ਨਿਰਲੇਪ ਨਿਰਖੋਭ ਹੈ। ਉਸਨੇ ਤਾਂ ਬਿਨ ਰੂਪ ਕੁਬਜਾ, ਬਿਨਾਂ ਰੂਪ ਵਾਲਿਆਂ ਕੋਝੇ ਸਰੂਪ ਵਾਲਿਆਂ ਨੂੰ ਵੀ ਤਾਰ ਦਿੱਤਾ ਹੈ, ਜਿਵੇਂ ਕੁਬਜਾ ਦਾ ਉਧਾਰ ਕੀਤਾ ਹੈ। ਦੱਸਦੇ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਭਗਵਾਨ ਦੇ ਮਾਮੇ ਰਾਜੇ ਕੰਸ ਦੀ ਇੱਕ ਦਾਸੀ ਸੀ, ਜਿਸ ਦਾ ਰੂਪ ਬਹੁਤ ਭੈੜਾ ਸੀ ਅਤੇ ਲੱਕ ਤੋਂ ਵੀ ਕੁੱਬੀ ਸੀ। ਇਸੇ ਕਰਕੇ ਇਸ ਦਾ ਨਾਮ ਕੁਬਜਾ ਪੈ ਗਿਆ। ਇਹ ਰਾਜੇ ਕੰਸ ਦੇ ਵਾਸਤੇ ਹਰ ਰੋਜ਼ ਫੁੱਲਾਂ ਦੀ ਮਾਲਾ ਤਿਆਰ ਕਰਕੇ ਦਿੰਦੀ ਸੀ ਅਤੇ ਚੰਦਨ ਕੇਸਰ ਆਦਿ ਦਾ ਲੇਪਨ ਕਰਿਆ ਕਰਦੀ। ਜਦੋਂ ਕ੍ਰਿਸ਼ਨ ਭਗਵਾਨ ਜੀ ਮਥੁਰਾ ਗਏ ਤਾਂ ਇਸ ਕੁਬਜਾ ਨੇ ਕ੍ਰਿਸ਼ਨ ਜੀ ਦੇ ਸਰੂਪ 'ਤੇ ਮੋਹਿਤ ਹੋ ਕੇ ਉਹ ਮਾਲਾ ਭਗਵਾਨ ਦੇ ਗਲ ਵਿੱਚ ਪਾ ਦਿੱਤੀ ਅਤੇ ਬੜੇ ਪ੍ਰੇਮ ਨਾਲ ਉਸਨੇ ਚੰਦਨ ਤੇ ਕੇਸਰ ਦਾ ਲੇਪਨ ਮਲਿਆ, ਜਿਸ 'ਤੇ ਭਗਵਾਨ ਕ੍ਰਿਸ਼ਨ ਨੇ ਰੀਝ ਕੇ ਇਸ ਦੇ ਪੈਰ 'ਤੇ ਆਪਣਾ ਚਰਨ ਰੱਖ ਕੇ ਠੋਡੀ ਹੇਠਾਂ ਹੱਥ ਦੇ ਕੇ ਝਟਕਾ ਦਿੱਤਾ, ਜਿਸ ਨਾਲ ਇਸ ਦਾ ਸਾਰਾ ਕੁੱਬ ਦੂਰ ਹੋ ਗਿਆ। ਇਸ ਪ੍ਰਕਾਰ ਬਿਨਾਂ ਰੂਪ ਤੋਂ ਕੁਬਜਾ ਦਾ ਵੀ ਉਧਾਰ ਕੀਤਾ। ਫਿਰ ਪ੍ਰਸ਼ਨ ਕਰਦੇ, ਹੇ ਨਾਮਦੇਵ ਜੀ, ਕੁਬਜਾ ਦੇ ਪੁੰਨ ਵੇਖ ਕੇ ਭਗਵਾਨ ਨੇ ਉਧਾਰ ਕਰ ਦਿੱਤਾ ਹੋਣਾ? ਕਹਿੰਦੇ, ਨਹੀਂ ਭਾਈ, ਨਹੀਂ। ਉਸ ਪਰਮੇਸ਼ਰ ਨੇ ਇਕੱਲੇ ਪੁੰਨ ਹੀ ਨਹੀਂ, ਬਲਕਿ ਬਿਆਦ ਵਰਗੇ ਸ਼ਿਕਾਰੀ ਅਤੇ ਅਜਾਮਲ ਵਰਗੇ ਵਕਾਰੀ ਪਾਪੀਆਂ ਦਾ ਵੀ ਉਧਾਰ ਕੀਤਾ ਹੈ। ਦੱਸਦੇ ਹਨ, ਤ੍ਰੇਤੇ ਯੁੱਗ ਦੇ ਵਿੱਚ ਇੱਕ ਬਿਆਦ ਸ਼ਿਕਾਰੀ ਹੋਇਆ, ਜਿਸ ਦਾ ਨਾਮ ਲੋਦੀਆ ਸੀ। ਇਹ ਜੰਗਲ ਵਿੱਚ ਅਨੇਕਾਂ ਪੰਛੀਆਂ ਜਾਨਵਰਾਂ ਦਾ ਸ਼ਿਕਾਰ ਕਰਕੇ ਕੁਝ ਖਾ ਲੈਂਦਾ ਅਤੇ ਕੁਝ ਵੇਚ ਆਉਂਦਾ ਸੀ। ਇੱਕ ਦਿਨ ਇਸ ਨੂੰ ਕੋਈ ਸ਼ਿਕਾਰ ਨਾ ਮਿਲਿਆ। ਜੰਗਲ ਵਿੱਚ ਫਿਰਦੇ ਹੋਏ ਨੇ ਇੱਕ ਰਿਸ਼ੀ ਚੰਦਰਕ ਮੁਨੀ ਨੂੰ ਸਮਾਧੀ ਲਾਈ ਬੈਠੇ ਨੂੰ ਵੇਖਿਆ ਅਤੇ ਉਸ ਦੇ ਚਰਨਾਂ ਉੱਪਰ ਮੱਥਾ ਟੇਕ ਕੇ ਸੁਖਣਾ ਸੁਖ ਲਈ ਕਿ ਹੇ ਰਿਸ਼ੀ ਜੀ, ਜੇਕਰ ਮੈਨੂੰ ਅੱਜ ਸ਼ਿਕਾਰ ਮਿਲ ਜਾਣ ਤਾਂ ਚੌਥਾ ਹਿੱਸਾ ਤੁਹਾਡੀ ਭੇਟਾ ਕਰਾਂਗਾ। ਇਉਂ ਬੇਨਤੀ ਕਰਕੇ ਅੱਗੇ ਸ਼ਿਕਾਰ ਕਰਨ ਲਈ ਚਲਿਆ ਗਿਆ ਅਤੇ ਬਹੁਤ ਸਾਰੇ ਪੰਛੀ ਆਦਿ ਮਾਰ ਕੇ ਲੈ ਆਇਆ ਅਤੇ ਲਿਆ ਕਰਕੇ ਰਿਸ਼ੀ ਦੇ ਸਾਹਮਣੇ ਰੱਖ ਦਿੱਤੇ। ਜਦੋਂ ਰਿਸ਼ੀ ਨੇ ਸਮਾਧੀ ਤੋਂ ਅੱਖਾਂ ਖੋਲ੍ਹੀਆਂ ਤਾਂ ਇਸ ਨੇ ਬੇਨਤੀ ਕੀਤੀ ਕਿ ਮਹਾਰਾਜ, ਆਪ ਜੀ ਦੇ ਕੋਲ ਸੁਖੀ ਹੋਈ ਸੁਖਨਾ ਪੂਰੀ ਹੋਈ ਹੈ ਅਤੇ ਆਪ ਜੀ ਆਪਣਾ ਚੌਥਾ ਹਿੱਸਾ ਵੰਡ ਲਵੋ। ਚੰਦਰਕ ਮੁਨੀ ਨੇ ਕਿਹਾ ਕਿ ਤੂੰ ਬੜਾ ਹੀ ਘਾਤਕ ਆਦਮੀ ਹੈ, ਤੂੰ ਬਹੁਤ ਪਾਪ ਕੀਤਾ ਹੈ ਅਤੇ ਇਹ ਬੇਜ਼ੁਬਾਨ ਪੰਛੀਆਂ ਆਦਿ ਨੂੰ ਮਾਰ ਕੇ ਸਾਡੀ ਭੇਟਾ ਰੱਖਦਾ ਹੈ। ਅਸੀਂ ਤੈਨੂੰ ਸਰਾਪ ਦੇ ਦੇਵਾਂਗੇ। ਸ਼ਿਕਾਰੀ ਡਰ ਗਿਆ ਅਤੇ ਕਹਿੰਦਾ, ਮੁਨੀ ਜੀ, ਮੈਨੂੰ ਮੁਆਫ ਕਰ ਦਿਓ, ਸਰਾਪ ਨਾ ਦੇਵੋ। ਤਾਂ ਚੰਦਰਕ ਮੁਨੀ ਨੇ ਕਿਹਾ ਕਿ ਜਾ ਫਿਰ ਸਾਨੂੰ ਚਤੁਰਭੁਜੀ ਜਾਨਵਰ ਫੜ ਕੇ ਲਿਆ ਦੇ, ਫਿਰ ਤੈਨੂੰ ਮਾਫ ਕਰ ਸਕਦੇ ਹਾਂ। ਇਹ ਮੁਨੀ ਜੀ ਦੇ ਬਚਨਾਂ ਉੱਪਰ ਨਿਸ਼ਚਾ ਕਰਕੇ ਕਹਿਣ ਲੱਗਾ ਕਿ ਹੁਣੇ ਹੀ ਲਿਆ ਦਿੰਦਾ, ਪਰ ਮੈਨੂੰ ਮੁਆਫ ਜ਼ਰੂਰ ਕਰ ਦੇਣਾ।
ਇਸ ਤਰ੍ਹਾਂ ਕਹਿ ਕਰਕੇ ਜੰਗਲ ਵਿੱਚ ਚਤੁਰਭੁਜੀ ਜਾਨਵਰ ਨੂੰ ਭਾਲਣ ਚੱਲ ਪਿਆ, ਪਰੰਤੂ ਉਹ ਜਾਨਵਰ ਕਿਤੋਂ ਵੀ ਨਾ ਮਿਲਿਆ। ਅਖੀਰ ਥੱਕ ਹਾਰ ਕੇ ਘਰ ਆ ਗਿਆ ਤੇ ਚਿਤਾ ਬਣਾ ਕੇ ਸੜਨ ਲੱਗਾ। ਘਰਵਾਲੀ ਨੇ ਕਿਹਾ ਕਿ ਤੁਹਾਨੂੰ ਤਾਂ ਕਿਸੇ ਰਿਸ਼ੀ ਨੇ ਐਵੇਂ ਹੀ ਬਹਿਕਾ ਦਿੱਤਾ। ਚਤੁਰਭੁਜੀ ਜਾਨਵਰ ਤਾਂ ਕਦੀ ਕਿਸੇ ਨੇ ਵੇਖਿਆ ਵੀ ਨਹੀਂ ਤੇ ਨਾ ਹੈਗਾ ਹੈ। ਤਾਂ ਅੱਗੋਂ ਬਦਕ ਕਹਿਣ ਲੱਗਾ ਕਿ ਰਿਸ਼ੀ ਮੁਨੀ ਕਦੇ ਝੂਠ ਨਹੀਂ ਬੋਲਦੇ, ਮੈਨੂੰ ਉਹਨਾਂ ਦੇ ਬਚਨਾਂ ਉੱਪਰ ਪੂਰਨ ਨਿਸ਼ਚਾ ਹੈ। ਇਹ ਕਹਿ ਕੇ ਜਦੋਂ ਸੜਨ ਲੱਗਾ ਤਾਂ ਭਗਵਾਨ ਵਾਹਿਗੁਰੂ ਜੀ ਨੇ ਇਸ ਦਾ ਦ੍ਰਿੜ ਨਿਸ਼ਚਾ ਵੇਖ ਕੇ ਚਤੁਰਭੁਜੀ ਜਾਨਵਰ ਦਾ ਰੂਪ ਧਾਰਨ ਕਰ ਲਿਆ ਤੇ ਇਸ ਦੇ ਸਾਹਮਣੇ ਆ ਗਏ। ਇਹ ਉਸ ਵੇਲੇ ਉਸ ਚਤੁਰਭੁਜੀ ਪੰਛੀ ਨੂੰ ਫੜਨ ਲਈ ਉਸ ਦੇ ਮਗਰ ਦੌੜਿਆ ਤਾਂ ਚਤੁਰਭੁਜੀ ਬਣੇ ਭਗਵਾਨ ਜੀ ਕਦੇ ਕਿਸੇ ਪਾਸੇ ਦੌੜ ਜਾਣ, ਕਦੇ ਕਿਸੇ ਪਲ ਵੱਲ ਚਲੇ ਜਾਣ। ਇਹ ਸ਼ਿਕਾਰੀ ਉਸ ਦੇ ਮਗਰ ਮਗਰ ਕੰਡਿਆਲੀਆਂ ਝਾੜੀਆਂ ਵਿੱਚੋਂ ਦੀ ਲੰਘਦਾ ਹੋਇਆ ਫੜਦਾ ਹੈ, ਪਰੰਤੂ ਭਗਵਾਨ ਜੀ ਪਕੜੇ ਨਹੀਂ ਜਾਂਦੇ ਅਤੇ ਇਸ ਦਾ ਸਰੀਰ ਵੀ ਕੰਡੇ ਵੱਜਣ ਕਰਕੇ ਲਹੂ ਲੁਹਾਨ ਹੋ ਗਿਆ। ਅਖੀਰ ਥੱਕ ਕੇ ਛੁਰਾ ਕੱਢ ਕੇ ਆਪਣੇ ਆਪ ਨੂੰ ਮਾਰਨ ਲੱਗਾ ਤਾਂ ਚਤੁਰਭੁਜੀ ਪੰਛੀ ਬਣੇ ਭਗਵਾਨ ਆਪ ਹੀ ਇੱਕ ਝਾੜੀ ਵਿੱਚ ਅੜ ਕੇ ਖਲੋ ਗਏ। ਇਸ ਨੇ ਝੱਟ ਹੀ ਜਾ ਕੇ ਫੜ ਲਿਆ ਤੇ ਮੋਢੇ ਉੱਪਰ ਚੁੱਕ ਕੇ ਰਿਸ਼ੀ ਜੀ ਦੇ ਕੋਲ ਲੈ ਆਂਦਾ ਤੇ ਕਿਹਾ, ਮੁਨੀ ਜੀ, ਜੋ ਆਪ ਜੀ ਨੇ ਕਿਹਾ ਸੀ ਵੇਖੋ ਤਾਂ ਭਲਾ ਇਹੋ ਹੀ ਚਤੁਰਭੁਜੀ ਜਾਨਵਰ ਹੈ। ਰਿਸ਼ੀ ਜੀ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਕਿ ਤੂੰ ਅੱਜ ਪਰਮੇਸ਼ਰ ਦੇ ਦਰਸ਼ਨ ਕਰਵਾ ਦਿੱਤੇ ਹਨ। ਫਿਰ ਚਤੁਰਭੁਜੀ ਬਣੇ ਭਗਵਾਨ ਜੀ ਜਾਲੀ ਖੋਲ੍ਹੀ ਤੇ ਭਗਵਾਨ ਜੀ ਨੇ ਆਪਣੇ ਸਰੂਪ ਵਿੱਚ ਪ੍ਰਗਟ ਹੋ ਕੇ ਦਰਸ਼ਨ ਦਿੱਤੇ। ਰਿਸ਼ੀ ਨੇ ਕਿਹਾ ਕਿ ਭਗਵਾਨ ਜੀ, ਤੁਸੀਂ ਇਸ ਸ਼ਿਕਾਰੀ ਦੇ ਹੱਥ ਕਿਵੇਂ ਆ ਗਏ? ਤਾਂ ਭਗਵਾਨ ਜੀ ਨੇ ਕਿਹਾ ਕਿ ਹੇ ਰਿਸ਼ੀਵਰ, ਅਸੀਂ ਤੇਰੇ ਦਿੱਤੇ ਹੋਏ ਬਚਨ ਨੂੰ ਪੂਰਾ ਕਰਨ ਲਈ ਹੀ ਇਸ ਦੇ ਹੱਥ ਵਿੱਚ ਆਏ ਹਾਂ। ਉਸ ਵੇਲੇ ਬਦਕ ਨੂੰ ਸਮਝ ਪਈ ਕਿ ਤੁਸੀਂ ਤਾਂ ਆਪ ਭਗਵਾਨ ਹੋ, ਮੈਨੂੰ ਮੁਆਫ ਕਰ ਦਿਓ ਅਤੇ ਮੇਰਾ ਉਧਾਰ ਕਰੋ। ਤਾਂ ਭਗਵਾਨ ਨੇ ਕਿਹਾ ਕਿ ਹੁਣ ਤੂੰ ਤਪ ਕਰ, ਅੱਗੇ ਕਲਯੁਗ ਦੇ ਸਮੇਂ ਵਿੱਚ ਖੁਦ ਨਿਰੰਕਾਰ ਆਪ ਸਰੂਪ ਧਾਰਨ ਕਰਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਰੂਪ ਵਿੱਚ ਪ੍ਰਗਟ ਹੋਣਗੇ। ਉਹਨਾਂ ਦੀ 10ਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇਰਾ ਉਧਾਰ ਕਰਨਗੇ। ਸੋ ਇਹੀ ਬਦਕ ਕਲਯੁਗ ਵਿੱਚ ਜਗਨਨਾਥਪੁਰੀ ਵਿੱਚ ਹਿੰਮਤ ਰਾਏ ਦੇ ਸਰੂਪ ਵਿੱਚ ਪ੍ਰਗਟ ਹੋਇਆ ਤੇ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਕਲਗੀਧਰ ਪਾਤਸ਼ਾਹ ਜੀ ਨੂੰ ਸੀਸ ਭੇਟ ਕਰਕੇ ਹਿੰਮਤ ਰਾਏ ਤੋਂ ਹਿੰਮਤ ਸਿੰਘ ਜੀ ਦੇ ਸਰੂਪ ਵਿੱਚ ਸੱਜਿਆ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸੋ ਇਸੇ ਤਰ੍ਹਾਂ ਅਜਾਮਲ ਦੀ ਸਾਖੀ ਆਉਂਦੀ। ਅਜਾਮਲ ਇੱਕ ਬ੍ਰਾਹਮਣ ਪੰਡਤ ਸੀ। ਇਸ ਦਾ ਪਿਤਾ ਇੱਕ ਰਾਜ ਪੰਡਤ ਸੀ ਜੋ ਰਾਜੇ ਦੀ ਸਭਾ ਵਿੱਚ ਕਥਾ ਕਰਿਆ ਕਰਦਾ ਸੀ। ਉਸ ਨੇ ਅਜਾਮਲ ਨੂੰ ਵਿੱਦਿਆ ਪੜ੍ਹਨ ਲਈ ਸ਼ਹਿਰ ਇੱਕ ਵਿਦਵਾਨ ਪੰਡਤ ਕੋਲ ਭੇਜਣਾ ਸ਼ੁਰੂ ਕਰ ਦਿੱਤਾ। ਰਸਤੇ ਵਿੱਚ ਵੇਸਵਾਵਾਂ ਦਾ ਬਾਜ਼ਾਰ ਪੈਂਦਾ ਸੀ। ਅਜਾਮਲ ਦੇ ਵਿੱਦਿਆ ਗੁਰੂ ਨੇ ਕਿਹਾ, ਪੁੱਤਰ ਤੂੰ ਸ਼ਹਿਰ ਦੇ ਵਿੱਚ ਦੀ ਕਦੇ ਵੀ ਨਹੀਂ ਆਉਣਾ ਤੇ ਨਾ ਹੀ ਜਾਣਾ ਹੈ। ਇਸ ਪ੍ਰਕਾਰ ਅਜਾਮਲ ਨੂੰ 3-4 ਮੀਲ ਹੋਰ ਪੈਂਡਾ ਤੈਅ ਕਰਕੇ ਆਉਣਾ ਪੈਂਦਾ ਸੀ। ਕੁਝ ਸਮੇਂ ਬਾਅਦ ਇਸ ਦਾ ਪਿਤਾ ਮਰ ਗਿਆ ਤੇ ਰਾਜੇ ਨੇ ਇਸ ਨੂੰ ਆਪਣੀ ਸਭਾ ਵਿੱਚ ਕਥਾ ਕਰਨ ਲਈ ਰੱਖ ਲਿਆ। ਇਹ ਕਥਾ ਵੀ ਕਰਿਆ ਕਰੇ ਤੇ ਨਾਲ ਵਿੱਦਿਆ ਵੀ ਪੜ੍ਹਨ ਜਾਇਆ ਕਰੇ। ਇਸ ਪ੍ਰਕਾਰ ਅਜਾਮਲ ਨੌਜਵਾਨ ਹੋ ਗਿਆ। ਇਸ ਦੇ ਮਨ ਵਿੱਚ ਖਿਆਲ ਆਇਆ ਕਿ ਮੈਨੂੰ ਗੁਰੂ ਵੇਸਵਾ ਦੇ ਬਾਜ਼ਾਰ ਵਿੱਚ ਦੀ ਲੰਘਣ ਤੋਂ ਰੋਕਦਾ ਰਹਿੰਦਾ, ਜਿਸ ਕਰਕੇ 3-4 ਮੀਲ ਹੋਰ ਪੈਂਡਾ ਤੈਅ ਕਰਨਾ ਪੈਂਦਾ। ਇਹ ਗੁਰੂ ਦੀ ਗੱਲ ਯੋਗ ਨਹੀਂ ਆ ਅਤੇ ਨਾਲ ਮੈਂ ਬਹੁਤ ਸਾਰੀ ਵਿੱਦਿਆ ਪੜ੍ਹ ਚੁੱਕਾ, ਮੈਨੂੰ ਵਿਕਾਰ ਕਿੱਥੋਂ ਤੰਗ ਕਰ ਸਕਦੇ ਆ। ਇਸ ਤਰ੍ਹਾਂ ਵਿਚਾਰ ਕਰਕੇ ਵੇਸਵਾ ਦੇ ਬਾਜ਼ਾਰ ਵਿੱਚ ਗਿਆ। ਇੱਕ ਵੇਸ਼ਵਾ ਨੇ ਇਸ ਦੀ ਜਵਾਨੀ ਵੇਖ ਕੇ ਜਦ ਤਿਰਛੇ ਨੇਤਰਾਂ ਨਾਲ ਵੇਖਿਆ ਤਾਂ ਇਹ ਉਸ ਦੇ ਸਰੂਪ 'ਤੇ ਮੋਹਿਤ ਹੋ ਗਿਆ। ਉੱਥੋਂ ਆਣ ਕੇ ਰਾਜੇ ਦੇ ਮਹਿਲਾਂ ਵਿੱਚ ਕਥਾ ਕੀਤੀ। ਉਤਨੇ ਚਿਰ ਨੂੰ ਉਹ ਗਾਉਣ ਵਾਲੀ ਵੇਸਵਾ ਵੀ ਰਾਜੇ ਦੀ ਸਭਾ ਵਿੱਚ ਆ ਗਈ। ਇਹ ਅਜਾਮਲ ਉਸ ਦੇ ਰੂਪ ਨੂੰ ਵੇਖ ਕੇ ਲੁਭਾਏਮਨ ਹੋ ਗਿਆ। ਰਾਜੇ ਨੇ ਪੰਡਤ ਨੂੰ ਭ੍ਰਿਸ਼ਟਿਆ ਹੋਇਆ ਜਾਣ ਕੇ ਆਪਣੇ ਨਗਰ ਵਿੱਚੋਂ ਹੀ ਕੱਢ ਦਿੱਤਾ। ਫਿਰ ਇਸ ਨੇ ਉਸ ਵੇਸਵਾ ਨਾਲ ਹੀ ਵਿਆਹ ਕਰ ਲਿਆ ਤੇ ਉਸ ਦੇ ਨਾਲ ਜੰਗਲ ਵਿੱਚ ਕੁੱਲੀ ਪਾ ਕੇ ਰਹਿਣ ਲੱਗਾ। ਇਸ ਦੇ ਘਰ 6 ਪੁੱਤਰਾਂ ਨੇ ਜਨਮ ਲਿਆ। ਉਹਨਾਂ ਨੂੰ ਖਵਾਉਣ ਵਾਸਤੇ ਇਸ ਦੇ ਕੋਲ ਕੁਝ ਵੀ ਨਹੀਂ ਰਿਹਾ। ਇਹ ਜੰਗਲ ਵਿੱਚ ਪੰਛੀਆਂ ਆਦਿ ਦਾ ਸ਼ਿਕਾਰ ਕਰਕੇ ਲਿਆਉਂਦਾ ਸੀ ਤੇ ਉਹ ਹੀ ਸਾਰਾ ਪਰਿਵਾਰ ਖਾਂਦਾ ਸੀ। ਇਸ ਤਰ੍ਹਾਂ ਬਹੁਤ ਦੁਖੀ ਰਹਿੰਦਾ ਸੀ। ਇੱਕ ਦਿਨ ਇਸ ਦੇ ਘਰ 2 ਫਕੀਰ ਆ ਗਏ
ਅਜਾਮਲ ਉਸ ਵੇਲੇ ਬਾਹਰ ਸ਼ਿਕਾਰ ਕਰਨ ਲਈ ਗਿਆ ਹੋਇਆ ਸੀ। ਉਸ ਦੀ ਪਤਨੀ ਵੇਸਵਾ ਨੇ ਉਹਨਾਂ ਫਕੀਰਾਂ ਨੂੰ ਬੈਠਣ ਲਈ ਆਸਣ ਦਿੱਤਾ। ਇੰਨੇ ਚਿਰ ਨੂੰ ਅਜਾਮਲ ਵੀ ਆ ਗਿਆ। ਵੇਸਵਾ ਨੇ ਕਿਹਾ ਕਿ ਅੱਜ ਸਾਡੇ ਭਾਗ ਜਾਗੇ ਹਨ, ਜੋ ਫਕੀਰ ਸਾਡੇ ਪਾਪੀਆਂ ਦੀ ਕੁੱਲੀ ਵਿੱਚ ਆਏ ਹਨ। ਆਪਾਂ ਸਾਰੀ ਉਮਰ ਪਾਪ ਕਰਮ ਹੀ ਕਰਦੇ ਰਹੇ ਹਾਂ, ਹੁਣ ਇਹਨਾਂ ਫਕੀਰਾਂ ਦੇ ਚਰਨੀ ਪੈ ਕਰਕੇ ਆਪਣੇ ਗੁਨਾਹ ਬਖਸ਼ਾ ਲਈਏ। ਇਸ ਪ੍ਰਕਾਰ ਅਜਾਮਲ ਹੱਥ ਪੈਰ ਧੋ ਕਰਕੇ ਫਕੀਰਾਂ ਦੇ ਚਰਨੀ ਪੈ ਕਰਕੇ ਆਪਣੇ ਗੁਨਾਹ ਬਖਸ਼ਾਉਣ ਲਈ ਰੋ ਰੋ ਕੇ ਬੇਨਤੀਆਂ ਕਰਨ ਲੱਗਾ ਕਿ ਮਹਾਰਾਜ ਮੈਨੂੰ ਬਚਾ ਲਓ, ਮੈਂ ਸਾਰੀ ਜ਼ਿੰਦਗੀ ਮੰਦ ਕਰਮ ਹੀ ਕਰਦਾ ਰਿਹਾ, ਤੁਸੀਂ ਕਿਰਪਾ ਕਰਕੇ ਮੇਰਾ ਉਧਾਰ ਕਰੋ। ਮਹਾਂਪੁਰਖਾਂ ਨੇ ਸੋਚਿਆ ਕਿ ਉਵੇਂ ਤਾਂ ਇਸ ਕੋਲੋਂ ਨਾਮ ਨਹੀਂ ਜਪਿਆ ਜਾਣਾ, ਇਸ ਨੂੰ ਹੋਰ ਜੁਗਤੀ ਦੱਸਦੇ ਹਾਂ। ਉਹਨਾਂ ਨੇ ਕਿਹਾ ਕਿ ਤੇਰੇ ਘਰ ਕਿੰਨੇ ਬੱਚੇ ਹਨ? ਇਸ ਨੇ ਕਿਹਾ ਜੀ 6 ਪੁੱਤਰ ਹਨ। ਮਹਾਂਪੁਰਖਾਂ ਨੇ ਕਿਹਾ ਹੁਣ ਜਿਹੜਾ 7ਵਾਂ ਪੁੱਤਰ ਤੇਰੇ ਘਰ ਜਨਮ ਲਵੇਗਾ ਉਸ ਦਾ ਨਾਮ ਨਾਰਾਇਣ ਰੱਖੀ, ਪਰਮੇਸ਼ਰ ਭਲਾ ਕਰੇਗਾ। ਇਉਂ ਕਹਿ ਕੇ ਮਹਾਂਪੁਰਖ ਚਲੇ ਗਏ। ਕੁਝ ਸਮੇਂ ਬਾਅਦ ਇਸ ਦੇ ਘਰ ਪੁੱਤਰ ਪੈਦਾ ਹੋਇਆ। ਮਹਾਂਪੁਰਖਾਂ ਦੇ ਕਹੇ ਅਨੁਸਾਰ ਇਸ ਨੇ ਉਸ ਦਾ ਨਾਮ ਨਾਰਾਇਣ ਰੱਖਿਆ ਤੇ ਸਾਰਾ ਦਿਨ ਨਾਰਾਇਣ ਨਾਰਾਇਣ ਹੀ ਕਰਦਾ ਰਹਿੰਦਾ। ਉਧਰੋਂ ਇਸ ਦਾ ਅੰਤ ਵੇਲਾ ਆ ਗਿਆ ਤੇ ਜਮਾਂ ਤੋਂ ਡਰਦਾ ਉੱਚੀ ਉੱਚੀ ਨਾਰਾਇਣ ਨਾਰਾਇਣ ਕਹੀ ਜਾਵੇ। ਪਰਮੇਸ਼ਰ ਦੇ ਨਾਮ ਕਰਕੇ ਜਮ ਇਸ ਦੇ ਪਾਸ ਨਾ ਆਉਣ। ਅੰਤਰਜਾਮੀ ਪਰਮੇਸ਼ਰ ਨੇ ਜਾਣਿਆ ਕਿ ਪੁੱਤਰ ਦੇ ਬਹਾਨੇ ਜਮਾਂ ਤੋਂ ਡਰਦਾ ਹੋਇਆ ਸਾਨੂੰ ਯਾਦ ਕਰਦਾ ਹੈ। ਇਉਂ ਇਸ ਪ੍ਰਕਾਰ ਭਗਵਾਨ ਨੇ ਅਜਾਮਲ ਨੂੰ ਵੀ ਮੁਕਤ ਕਰ ਦਿੱਤਾ ਸੀ। ਇਸੇ ਹੀ ਪ੍ਰਕਰਣ ਨੂੰ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਲਿਖਦੇ ਹਨ। ਪਤਤ ਅਜਾਮਲ ਪਾਪ ਕਰ ਜਾਏ ਕਲਾਵਤਣੀ ਦੇ ਰਹਿਆ। ਕਲਾਵਤਣੀ ਵੇਸਵਾ ਦਾ ਨਾਮ ਸੀ। ਪਤਤ ਅਜਾਮਲ ਪਾਪ ਕਰ ਜਾਏ ਕਲਾਵਤਣੀ ਦੇ ਰਹਿਆ। ਗੁਰ ਤੇ ਬੇਮੁਖ ਹੋਏ ਕੈ ਪਾਪ ਕਮਾਵੈ ਦੁਰਮਤ ਦਹਿਆ। ਬਿਰਥਾ ਜਨਮ ਗਵਾਇਨ ਭਵਜਲ ਅੰਦਰ ਫਿਰਦਾ ਵਹਿਆ। 6 ਪੁੱਤ ਜਾਏ ਵੇਸਵਾ ਪਾਪਾਂ ਦੇ ਫਲ ਇੱਛੇ ਲਹਿਆ। ਪੁੱਤ ਉਪੰਨਾ 7ਵਾਂ ਨਾਉ ਧਰਨ ਨੋ ਚਿਤ ਉਮਹਿਆ। ਗੁਰੂ ਦੁਆਰੈ ਜਾਇ ਕੈ ਗੁਰਮੁਖ ਨਾਉ ਨਾਰਾਇਣ ਕਹਿਆ। ਅੰਤ ਕਾਲ ਜਮਦੂਤ ਵੇਖ ਪੁੱਤ ਨਾਰਾਇਣ ਬੋਲੇ ਸ਼ਹਿਆ। ਜਮਗਣ ਮਾਰੇ ਹਰਜਨਾ ਗਿਆ ਸੁਰਗ ਜਮ ਡੰਡ ਨ ਸਹਿਆ। ਨਾਏ ਲਏ ਦੁਖ ਡੇਰਾ ਟਹਿਆ। ਇਸ ਪ੍ਰਕਾਰ ਸਤਿਗੁਰੂ ਫਰਮਾਰੇ ਆ ਕਿ ਪਰਮੇਸ਼ਰ ਨੇ ਨਾਮ ਜਪਣ ਵਾਲੇ ਵੱਡੇ ਵੱਡੇ ਪਾਪੀਆਂ ਦਾ ਵੀ ਉਧਾਰ ਕੀਤਾ ਹੈ। ਭਗਤ ਨਾਮਦੇਵ ਜੀ ਕਿਰਪਾ ਕਰ ਰਹੇ ਹਨ। ਚਰਨ ਬਦਕ ਜਨ ਤੇਊ ਮੁਕਤ ਭਏ। ਜਿਹੜੇ ਬਦਕ ਸ਼ਿਕਾਰੀ ਨੇ ਦੁਆਪਰ ਯੁੱਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਦੇ ਚਰਨਾਂ ਕਮਲਾਂ ਵਿੱਚ ਤੀਰ ਮਾਰਿਆ ਸੀ, ਉਹ ਸ਼ਿਕਾਰੀ ਜਨ ਪੁਰਸ਼ ਵੀ ਮੁਕਤੀ ਨੂੰ ਪ੍ਰਾਪਤ ਹੋ ਗਿਆ ਸੀ। ਜਿਸ ਵੇਲੇ 56 ਕਰੋੜ ਜਾਦਵਾਂ ਦੀ ਆਪੋ ਵਿੱਚ ਦੀ ਜੰਗ ਹੋਣ ਕਰਕੇ ਉਹ ਸਾਰੇ ਸਮਾਪਤ ਹੋ ਗਏ, ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਉਦਾਸ ਹੋ ਕੇ ਸੋਮ ਤੀਰਥ ਪ੍ਰਭਾਸ ਖੇਤਰ ਵਾਲੇ ਸਥਾਨ ਉੱਪਰ ਜਾ ਕੇ ਗੋਡੇ ਦੇ ਉੱਪਰ ਪੈਰ ਰੱਖ ਕੇ ਸੌਂ ਗਏ। ਉਹਨਾਂ ਦੇ ਪੈਰਾਂ ਵਿੱਚ ਜੋ ਪਦਮ ਸੀ ਉਹ ਤਾਰੇ ਵਾਂਗ ਲਿਸ਼ਕਾਰੇ ਮਾਰਦਾ ਸੀ। ਉੱਧਰੋਂ ਇੱਕ ਬਦਕ ਸ਼ਿਕਾਰੀ ਕਿਸੇ ਸ਼ਿਕਾਰ ਦੀ ਭਾਲ ਵਿੱਚ ਜੰਗਲ ਵਿੱਚ ਫਿਰਦਾ ਪਿਆ ਤਾਂ ਉਸ ਨੂੰ ਕ੍ਰਿਸ਼ਨ ਜੀ ਦੇ ਚਰਨਾਂ ਦਾ ਲਿਸ਼ਕਦਾ ਹੋਇਆ ਪਦਮ ਇੱਕ ਹਿਰਨ ਦੀ ਅੱਖ ਵਰਗਾ ਦਿਸਿਆ। ਇਸ ਨੇ ਹਿਰਨ ਦੀ ਅੱਖ ਸਮਝ ਕੇ ਨਿਸ਼ਾਨਾ ਬੰਨ੍ਹ ਕੇ ਤੀਰ ਮਾਰ ਦਿੱਤਾ, ਜੋ ਭਗਵਾਨ ਕ੍ਰਿਸ਼ਨ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਜਾ ਵੱਜਾ। ਜਦੋਂ ਬਦਕ ਨੇ ਉੱਥੇ ਜਾ ਕੇ ਵੇਖਿਆ ਤਾਂ ਭਗਵਾਨ ਕ੍ਰਿਸ਼ਨ ਜੀ ਦਾ ਮੁਖ ਦੇਖ ਕੇ ਉੱਚੀ ਉੱਚੀ ਰੋਣ ਲੱਗ ਪਿਆ। ਕਹਿਣ ਲੱਗਾ ਕਿ ਮੇਰੇ ਕੋਲੋਂ ਬਹੁਤ ਅਨਰਥ ਹੋ ਗਿਆ, ਜੋ ਆਪ ਜੀ ਦੇ ਚਰਨਾਂ ਨੂੰ ਹਿਰਨ ਦੀ ਅੱਖ ਸਮਝ ਕੇ ਭੁਲੇਖੇ ਵਿੱਚ ਤੀਰ ਮਾਰ ਬੈਠਾ ਹਾਂ। ਤਾਂ ਕ੍ਰਿਸ਼ਨ ਭਗਵਾਨ ਜੀ ਨੇ ਉਸ ਨੂੰ ਗਲ ਨਾਲ ਲਾ ਲਿਆ ਤੇ ਕਿਹਾ ਕਿ ਇਹ ਵਿਧਾਨ ਹੀ ਇਸ ਤਰ੍ਹਾਂ ਹੋਣਾ ਸੀ, ਕਿਉਂਕਿ ਤੂੰ ਪਿਛਲੇ ਜਨਮ ਤ੍ਰੇਤੇ ਯੁੱਗ ਵਿੱਚ ਬਾਲੀ ਸੀ ਤੇ ਅਸੀਂ ਭਗਵਾਨ ਰਾਮਚੰਦਰ ਜੀ ਦੇ ਰੂਪ ਵਿੱਚ ਸੀ। ਉਸ ਵੇਲੇ ਅਸੀਂ ਸੁਗਰੀਵ ਦੀ ਮਦਦ ਲਈ ਤੇਰੇ ਲੁੱਕ ਕੇ ਤੀਰ ਮਾਰਿਆ ਸੀ, ਕਿਉਂਕਿ ਤੂੰ ਦੇਵਤਿਆਂ ਕੋਲੋਂ ਵਰ ਲਿਆ ਹੋਇਆ ਸੀ, ਜੋ ਵੀ ਤੇਰੇ ਨਾਲ ਜੰਗ ਕਰੇ ਉਸ ਦਾ ਅੱਧਾ ਬਲ ਮੇਰੇ ਵਿੱਚ ਆ ਜਾਵੇ।
ਇਉਂ ਅਸੀਂ ਲੋਕੇ ਤੀਰ ਮਾਰਿਆ ਸੀ। ਉਸ ਵੇਲੇ ਤੂੰ ਇਹ ਸੰਕਲਪ ਕੀਤਾ ਸੀ ਕਿ ਜਿਸਨੇ ਮੇਰੇ ਤੀਰ ਮਾਰਿਆ ਹੈ ਉਸ ਨੂੰ ਮੈਂ ਵੀ ਉਸੇ ਤਰ੍ਹਾਂ ਹੀ ਮਾਰਾਂਗਾ। ਉਸੇ ਸੰਕਲਪ ਕਰਕੇ ਤੈਨੂੰ ਅਣਬਦਕ ਦਾ ਰੂਪ ਮਿਲਿਆ ਤੇ ਤੂੰ ਸਾਡੇ ਤੀਰ ਮਾਰ ਕੇ ਆਪਣਾ ਸੰਕਲਪ ਪੂਰਾ ਕੀਤਾ ਹੈ। ਇਸ ਪ੍ਰਕਾਰ ਭਗਵਾਨ ਨੇ ਉਸ ਸ਼ਿਕਾਰੀ ਦੇ ਸਾਰੇ ਔਗਣ ਮੇਟ ਕੱਟ ਕੇ ਉਸ ਨੂੰ ਮੁਕਤ ਕਰ ਦਿੱਤਾ। ਸੋ ਇਸ ਸਾਰੇ ਪ੍ਰਸੰਗ ਨੂੰ ਵੀ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਵਰਣਨ ਕਰਦੇ ਹਨ। ਉਹ ਦੱਸਦੇ ਹਨ, ਜਾਏ ਸੁੱਤਾ ਪ੍ਰਭਾਸ ਵਿੱਚ, ਗੋਡੇ ਉੱਤੇ ਪੈਰ ਪਸਾਰੇ, ਚਰਨ ਕਮਲ ਵਿੱਚ ਪਦਮ ਹੈ, ਝਿਲਮਿਲ ਝਲਕੈ ਵਾਂਗੀ ਤਾਰੇ, ਬਦਕ ਆਇਆ ਭਾਲਦਾ, ਮਿਰਗੈ ਜਾਨ ਬਾਣ ਲੈ ਮਾਰੇ, ਦਰਸ਼ਨ ਡਿਠੋਸ ਜਾਏ ਕੈ, ਕਰਨ ਪਲਾਵ ਕਰੇ ਪੂਕਾਰੇ, ਗਲ ਵਿੱਚ ਲੀਤਾ ਕ੍ਰਿਸ਼ਨ ਜੀ, ਅਵਗਣ ਕੀਤਾ ਹਰ ਨ ਚਿਤਾਰੇ, ਕਰ ਕਿਰਪਾ ਸੰਤੋਖਿਆ, ਪਤਤ ਉਦਾਹਰਣ ਬਿਰਦ ਵਿਚਾਰੇ, ਭਲੇ ਭਲੇ ਕਰ ਮੰਨੀਅਨ, ਬੁਰਿਆਂ ਦੇ ਹਰ ਕਾਜ ਸਵਾਰੇ, ਪਾਪ ਕਰੇਂਦੇ ਪਤਤ ਉਧਾਰੇ। ਸੋ ਅੱਗੇ ਭਗਤ ਨਾਮਦੇਵ ਜੀ ਕਿਰਪਾ ਕਰ ਰਹੇ ਹਨ। ਹਉ ਬਲ ਬਲ ਜਿਨ ਰਾਮ ਕਹੇ, ਹੇ ਭਾਈ ਮੈਂ ਉਹਨਾਂ ਤੋਂ ਮਨ ਬਾਣੀ ਸਰੀਰ ਕਰਕੇ ਬਲ ਬਲ ਬਲਹਾਰ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਰਾਮ ਪਰਮੇਸ਼ਰ ਦੇ ਨਾਮ ਤਾਈਂ ਕਹਿਣਾ ਕੀਤਾ ਹੈ। ਦਾਸੀ ਸੁਤ ਜਨ ਬਿਦਰ ਸੁਦਾਮਾ, ਉਗਰ ਸੈਨ ਕਉ ਰਾਜ ਦੀਏ। ਦਾਸੀ ਟਹਿਲਣ ਦਾ ਸੁਤ ਪੁੱਤਰ ਭਾਵ ਨਾਰਦ ਮੁਨੀ, ਦਾਸੀ ਦਾ ਪੁੱਤਰ ਜੋ ਬਿਦਰ ਜਨ ਭਗਤ ਸੀ, ਅਤੇ ਬਾਲ ਸਖਾਈ ਸੁਦਾਮਾ ਭਗਤ ਆਦ ਨੂੰ ਵੀ ਇਸ ਦੁਖਦਾਈ ਸੰਸਾਰ ਸਮੁੰਦਰ ਤੋਂ ਤਾਰਨਾ ਕੀਤਾ। ਅਰ ਜੋ ਕ੍ਰਿਸ਼ਨ ਭਗਵਾਨ ਜੀ ਦਾ ਨਾਨਾ ਉਗਰਸੈਨ ਸੀ, ਉਸ ਦੇ ਤਾਈਂ ਜਿਉਂਦੇ ਜੀ ਰਾਜ ਭਾਗ ਦੇਣਾ ਕੀਤਾ ਅਤੇ ਅੰਤ ਨੂੰ ਉਸ ਨੂੰ ਮੁਕਤ ਕਰ ਦਿੱਤਾ। ਦੱਸਦੇ ਨਾਰਦ ਮੁਨੀ ਪਿਛਲੇ ਜਨਮ ਵਿੱਚ ਇੱਕ ਦਾਸੀ ਦਾ ਪੁੱਤਰ ਸੀ ਤੇ ਇਹ ਸੰਤਾਂ ਦੀ ਸੰਗਤ ਕਰਿਆ ਕਰਦਾ ਸੀ। ਇਸ ਨੇ ਮਹਾਤਮਾ ਨੂੰ ਕਿਹਾ ਕਿ ਤੁਸੀਂ ਮੈਨੂੰ ਆਪਣੇ ਨਾਲ ਰੱਖ ਲੈਣਾ ਕਰੋ। ਅੱਗੋਂ ਮਹਾਤਮਾ ਨੇ ਕਿਹਾ ਕਿ ਤੇਰੀ ਮਾਂ ਬਹੁਤ ਬਿਰਧ ਹੈ, ਜਿਤਨਾ ਚਿਰ ਉਸ ਦਾ ਸਰੀਰ ਹੈ ਓਨਾ ਚਿਰ ਉਸ ਦੀ ਸੇਵਾ ਟਹਿਲ ਕਰਨੀ ਕਰ, ਇਹੋ ਤੇਰਾ ਧਰਮ ਹੈ, ਫਿਰ ਬਾਅਦ ਵਿੱਚ ਸਾਡੇ ਨਾਲ ਆ ਜਾਵੀਂ। ਫਿਰ ਨਾਰਦ ਮੁਨੀ ਆਪਣੀ ਮਾਂ ਦੀ ਸੇਵਾ ਕਰਨ ਲੱਗ ਪਿਆ ਤੇ ਨਾਲ ਇਹ ਕਿਹਾ ਕਰੇ ਕਿ ਮਰ ਜਾਵੇ ਮਾਂ, ਮਰ ਜਾਵੇ ਮਾਂ। ਕੁਝ ਸਮੇਂ ਬਾਅਦ ਉਸ ਦੀ ਮਾਂ ਮਰ ਗਈ। ਫਿਰ ਇਹ ਸੰਤਾਂ ਦੇ ਨਾਲ ਰਲ ਗਿਆ। ਉਹਨਾਂ ਦੀ ਸੰਗਤ ਕਰਦਿਆਂ ਕਰਦਿਆਂ ਇੱਕ ਦਿਨ ਇਸ ਨੂੰ ਫੁਰਨਾ ਫੁਰਿਆ ਕਿ ਬ੍ਰਹਮਾ ਸਭ ਨਾਲੋਂ ਵੱਡਾ ਹੈ ਅਤੇ ਮੈਂ ਬ੍ਰਹਮਾ ਦਾ ਪੁੱਤਰ ਬਣ ਜਾਵਾਂ। ਇਸ ਭਾਵਨਾ ਨੂੰ ਲੈ ਕੇ ਸੰਗਤ ਕਰਦਾ ਰਿਹਾ। ਫਿਰ ਦੂਸਰੇ ਜਨਮ ਵਿੱਚ ਬ੍ਰਹਮਾ ਦਾ ਪੁੱਤਰ ਨਾਰਦ ਮੁਨੀ ਬਣ ਕੇ ਪੈਦਾ ਹੋਇਆ। ਸੋ ਇਉਂ ਇਹ ਦਾਸੀ ਦਾ ਪੁੱਤਰ ਹੋਣ ਕਰਕੇ ਅਤੇ ਸੰਤਾਂ ਦੀ ਸੰਗਤ ਕਰਕੇ ਬ੍ਰਹਮਾ ਦਾ ਪੁੱਤਰ ਬਣਿਆ ਸੀ। ਇਸੇ ਤਰ੍ਹਾਂ ਬਿਦਰ ਭਗਤ ਦੀ ਸਾਖੀ ਆਉਂਦੀ। ਦੱਸਦੇ ਰਾਜਾ ਵਚਿੱਤਰ ਵੀਰਜ ਦੀ ਦਾਸੀ ਸੁਦੇਸ਼ਨਾ ਦੇ ਉਦਰ ਤੋਂ ਵਿਆਸ ਦਾ ਪੁੱਤਰ ਬਿਦਰ ਭਗਤ ਪੈਦਾ ਹੋਇਆ। ਇਹ ਬਹੁਤ ਗੁਣੀ, ਨੀਤੀ ਵੇਤਾ, ਈਸ਼ਵਰ ਭਗਤ ਅਤੇ ਸੱਤਿਆ ਵਕਤਾ ਸੀ। ਜਿਸ ਵੇਲੇ ਭਗਵਾਨ ਕ੍ਰਿਸ਼ਨ ਜੀ ਪਾਂਡਵਾਂ ਨੂੰ 5 ਪਿੰਡ ਦਿਵਾਉਣ ਵਾਸਤੇ ਦੁਰਯੋਧਨ ਨੂੰ ਮਿਲਣ ਲਈ ਆਏ ਤਾਂ ਦੁਰਯੋਧਨ ਨੇ ਸੋਚਿਆ ਕਿ ਜੇਕਰ ਮੈਂ ਭਗਵਾਨ ਕ੍ਰਿਸ਼ਨ ਜੀ ਦੇ ਆਉਣ ਤੋਂ ਖੜਾ ਹੋ ਗਿਆ ਤਾਂ ਲੋਕ ਕਹਿਣਗੇ ਕਿ ਇਹ ਛੋਟਾ ਹੈ, ਅਤੇ ਜੇਕਰ ਨਾ ਖੜਾ ਹੋਇਆ ਤਾਂ ਕ੍ਰਿਸ਼ਨ ਜੀ ਨਰਾਦਰੀ ਸਮਝਣਗੇ। ਇਸ ਤਰ੍ਹਾਂ ਵਿਚਾਰ ਕੇ ਇਹ ਕ੍ਰਿਸ਼ਨ ਜੀ ਦੇ ਆਉਣ ਤੋਂ ਪਹਿਲਾਂ ਹੀ ਹਾਥੀਆਂ ਦੇ ਤਬੇਲੇ ਵਿੱਚ ਚਲਿਆ ਗਿਆ ਕਿ ਉੱਥੇ ਹੀ ਖੜੇ ਖੜੋਤੇ ਮਿਲ ਲਵਾਂਗੇ। ਜਦੋਂ ਕ੍ਰਿਸ਼ਨ ਜੀ ਨੂੰ ਇਹ ਗੱਲ ਪਤਾ ਲੱਗੀ ਤਾਂ ਪਿੱਛੋਂ ਹੀ ਵਾਪਸ ਮੁੜ ਗਏ ਤੇ ਬਿਦਰ ਭਗਤ ਜੀ ਦੇ ਪ੍ਰੇਮ ਕਰਕੇ ਉਹਨਾਂ ਦੀ ਝੁੱਗੀ ਵਿੱਚ ਰਾਤ ਕੱਟਣ ਲਈ ਠਹਿਰੇ। ਜਦ ਅਗਲੇ ਦਿਨ ਦੁਰਯੋਧਨ ਦੀ ਸਭਾ ਵਿੱਚ ਆਏ ਤਾਂ ਦੁਰਯੋਧਨ ਬੜੇ ਰੁੱਖੇ ਜਿਹੇ ਸੁਭਾਅ ਨਾਲ ਕਹਿੰਦਾ ਕਿ ਕ੍ਰਿਸ਼ਨ ਜੀ, ਤੁਸੀਂ ਭੀਖਮ, ਦਰੋਣਾ ਅਤੇ ਕਰਨ ਵਰਗੇ ਸਭਾ ਦੇ ਸ਼ਿੰਗਾਰ ਬਲੀ ਪੁਰਸ਼ਾਂ ਨੂੰ ਛੱਡ ਕੇ ਇੱਕ ਗੋਲੇ ਦੇ ਘਰ ਜਾ ਕੇ ਰਹੇ, ਇਹ ਗੱਲ ਯੋਗ ਨਹੀਂ ਹੈ। ਤਾਂ ਭਗਵਾਨ ਜੀ ਨੇ ਹੱਸ ਕੇ ਕਿਹਾ ਕਿ ਹੇ ਰਾਜਨ, ਸੁਣਨਾ ਕਰ, ਮੈਨੂੰ ਤੇਰੇ ਵਿੱਚ ਕੋਈ ਪ੍ਰੇਮ ਨਹੀਂ ਦਿਸਿਆ। ਜਿਹੋ ਜਿਹਾ ਪ੍ਰੇਮ ਬਿਦਰ ਦੇ ਚਿੱਤ ਵਿੱਚ ਹੈ, ਉਸਨੇ ਪ੍ਰੇਮ ਨਾਲ ਜੋ ਪਾਣੀ ਪਿਲਾਇਆ ਉਹ ਅੰਮ੍ਰਿਤ ਦੀ ਨਿਆਈ ਸੀ ਤੇ ਤੇਰੇ ਘਰ ਵਿੱਚ ਦੁੱਧ ਨਾਲੋਂ ਕਿਤੇ ਚੰਗਾ ਸੀ, ਅਤੇ ਤੇਰੇ ਘਰ ਦੀ ਖੀਰ ਦੇ ਸਮਾਨ ਮੈਂ ਉਸਦੇ ਘਰੋਂ ਅਲੂਣਾ ਸਾਗ ਖਾਧਾ ਹੈ ਤੇ ਸਾਰੀ ਰਾਤ ਪਰਮੇਸ਼ਰ ਦੇ ਗੁਣ ਗਾਉਂਦਿਆਂ ਬਤੀਤ ਕੀਤੀ ਹੈ।
ਇਸ ਪ੍ਰਕਾਰ ਬਿਦਰਤ ਭਗਤ ਨੂੰ ਵੀ ਮੁਕਤ ਕਰਨਾ ਕੀਤਾ ਹੈ। ਭਗਤ ਭਾਈ ਗੁਰਦਾਸ ਜੀ ਆਪਣੀ 10ਵੀਂ ਵਾਰ ਦੀ ਪੌੜੀ 7ਵੀਂ ਦੇ ਵਿੱਚ ਫਰਮਾਉਂਦੇ ਹਨ। ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਜੋਧਨ ਹੋਏ ਰੁੱਖਾ, ਘਰ ਆ ਸਾਡੇ ਛੱਡ ਕੇ, ਗੋਲੇ ਦੇ ਘਰ ਜਾਹਿ ਕਿ ਸੁਖਾ, ਭੀਖਮ ਦੋਣਾ ਕਰਨ ਤਜ, ਸਭਾ ਸਿਗਾਰ ਵੱਡੇ ਮਾਨੁਖਾ, ਝੁੰਗੀ ਜਾਏ ਵਲਾਏ ਓਨ, ਸਭਨਾ ਦੇ ਜੀ ਅੰਦਰ ਤੁਖਾ, ਹੱਸ ਬੋਲੇ ਭਗਵਾਨ ਜੀ, ਸੁਣਿਓ ਰਾਜਾ ਹੋਏ ਸਨ ਮੁਖਾ, ਤੇਰੇ ਭਾਉ ਨ ਦਿਸਈ, ਮੇਰੇ ਨਾਹੀ ਅਪਦਾ ਦੁਖਾ, ਭਾਉ ਜਵੇਹਾ ਬਿਦਰ ਦੇ, ਹੋਰੀ ਦੇ ਚਿਤ ਚਾਉ ਨ ਚੁਖਾ, ਗੋਬਿੰਦ ਭਾਉ ਭਗਤ ਦਾ ਭੁੱਖਾ। ਸੋ ਗੁਰੂ ਮਹਾਰਾਜ ਇਸੇ ਤਰ੍ਹਾਂ ਸੁਦਾਮੇ ਦੀ ਸਾਖੀ ਆਉਂਦੀ। ਇੱਕ ਸੁਦਾਮਾ ਜੋ ਨਾਮ ਦਾ ਬ੍ਰਾਹਮਣ ਸੀ, ਜੋ ਬਚਪਨ ਵਿੱਚ ਕ੍ਰਿਸ਼ਨ ਭਗਵਾਨ ਜੀ ਦੇ ਨਾਲ ਉਹਨਾਂ ਦੇ ਗੁਰੂ ਸੰਦੀਪਨ ਕੋਲ ਇਕੱਠੇ ਪੜ੍ਹਦੇ ਰਹੇ। ਇੱਕ ਦਿਨ ਸੰਦੀਪਨ ਨੇ ਇਹਨਾਂ ਨੂੰ ਜੰਗਲ ਵਿੱਚੋਂ ਕੁਝ ਲੱਕੜੀਆਂ ਲਿਆਉਣ ਲਈ ਕਿਹਾ। ਇਹ ਲੱਕੜਾਂ ਲੈਣ ਲਈ ਗਏ। ਇਸ ਦੇ ਕੋਲ ਕੁਝ ਭੁੰਨੇ ਹੋਏ ਚੌਲ ਸਨ, ਜੋ ਕ੍ਰਿਸ਼ਨ ਜੀ ਤੋਂ ਚੋਰੀ ਚੋਰੀ ਬੁੱਕਲ ਵਿੱਚ ਮੂੰਹ ਲੁਕੋ ਕੇ ਖਾਈ ਜਾਂਦਾ। ਕ੍ਰਿਸ਼ਨ ਭਗਵਾਨ ਜੀ ਨੇ ਮੂੰਹ ਹਿਲਾਉਂਦੇ ਹੋਏ ਨੂੰ ਵੇਖ ਕੇ ਕਿਹਾ, ਕੀ ਗੱਲ ਹੈ, ਤੇਰਾ ਮੂੰਹ ਕਿਉਂ ਹਿੱਲੀ ਜਾਂਦਾ? ਤਾਂ ਕਹਿੰਦਾ ਕਿ ਪਾਲੇ ਕਰਕੇ, ਠੰਡ ਦਾ ਕਰਕੇ ਹਿਲਦਾ ਹੈ, ਦੰਦੂ ਡਿੱਕੇ ਵੱਜਦੇ। ਇਉਂ ਝੂਠ ਬੋਲ ਦਿੱਤਾ। ਜਦ ਕ੍ਰਿਸ਼ਨ ਜੀ ਨੇ ਸੁਭਾਵਕ ਹੀ ਕਹਿ ਦਿੱਤਾ ਕਿ ਜਾ ਹੋਏ ਦਲਿਦਰੀਆ, ਇੱਕ ਚੌਲਾਂ ਬਦਲੇ ਝੂਠ ਬੋਲ ਦਿੱਤਾ ਹੀ ਉਹ। ਇਸ ਪ੍ਰਕਾਰ ਸੁਦਾਮਾ ਦਲਿਦਰੀ ਹੋ ਗਿਆ। ਜਦ ਵੱਡਾ ਹੋਇਆ ਤਾਂ ਘਰਦਿਆਂ ਨੇ ਇਸ ਦਾ ਵਿਆਹ ਕਰ ਦਿੱਤਾ। ਘਰ ਦੇ ਵਿੱਚ ਖਾਣ ਨੂੰ ਕੁਝ ਵੀ ਨਾ ਰਿਹਾ। ਇੱਕ ਦਿਨ ਇਸ ਦੀ ਘਰਵਾਲੀ ਨੇ ਇਸ ਨੂੰ ਕਿਹਾ ਕਿ ਤੂੰ ਹਰ ਰੋਜ਼ ਹੀ ਕਹਿੰਦਾ ਰਹਿੰਦਾ ਹੈ ਕਿ ਕ੍ਰਿਸ਼ਨ ਭਗਵਾਨ ਮੇਰਾ ਬਚਪਨ ਦਾ ਮਿੱਤਰ ਹੈ, ਫਿਰ ਉਸ ਕੋਲ ਜਾ ਕੇ ਆਪਣੀ ਸਾਰੀ ਗਰੀਬੀ ਕਿਉਂ ਨਹੀਂ ਦੂਰ ਕਰ ਲੈਂਦਾ? ਇਉਂ ਘਰਵਾਲੀ ਦਾ ਪ੍ਰੇਰਿਆ ਹੋਇਆ ਇੱਕ ਪੁਰਾਣੇ ਜਿਹੇ ਕੱਪੜੇ ਵਿੱਚ ਭੁੰਨੇ ਹੋਏ ਚੌਲ ਪਾ ਕੇ ਗਿਣਤੀਆਂ ਗਿਣਦਾ ਹੋਇਆ ਤੁਰ ਪਿਆ ਤੇ ਮਨ ਵਿੱਚ ਸੋਚਦਾ ਜਾਂਦਾ ਹੈ ਕਿ ਕਿਵੇਂ ਭਗਵਾਨ ਦੇ ਨਾਲ ਮਿਲਾਂਗਾ। ਇਉਂ ਸੋਚਦਾ ਸੋਚਦਾ ਦਵਾਰਕਾ ਵਿੱਚ ਕ੍ਰਿਸ਼ਨ ਭਗਵਾਨ ਜੀ ਦੇ ਦਰਬਾਰ ਦੇ ਬਾਹਰ ਸਿੰਘ ਪੌੜ ਜਾ ਕੇ ਖੜਾ ਹੋ ਗਿਆ। ਦੁਆਰ ਪਾਲਕਾਂ ਨੇ ਅੰਦਰ ਨਾ ਜਾਣ ਦਿੱਤਾ। ਜਦ ਕ੍ਰਿਸ਼ਨ ਜੀ ਨੂੰ ਪਤਾ ਲੱਗਾ ਤਾਂ ਉਹ ਆਪਣਾ ਸਿੰਘਾਸਨ ਛੱਡ ਕੇ ਨੰਗੇ ਪੈਰੀਂ ਭੱਜੇ ਆਏ। ਸੁਦਾਮੇ ਨੂੰ ਆਪਣੇ ਗਲ ਨਾਲ ਲਾਇਆ, ਚਰਨ ਧੋ ਕੇ ਸਿੰਘਾਸਨ ਉੱਪਰ ਬਿਠਾਇਆ। ਕ੍ਰਿਸ਼ਨ ਜੀ ਨੇ ਕਿਹਾ ਕਿ ਮੇਰੇ ਵਾਸਤੇ ਕੀ ਲੈ ਕੇ ਆਇਆ ਹੈ? ਉਸ ਵੇਲੇ ਸੁਦਾਮੇ ਨੇ ਫਟੇ ਹੋਏ ਕੱਪੜੇ ਵਿੱਚੋਂ ਭੁੰਨੇ ਹੋਏ ਚੌਲ ਕੱਢ ਕੇ ਦਿੱਤੇ। ਕ੍ਰਿਸ਼ਨ ਭਗਵਾਨ ਜੀ ਨੇ ਉਸ ਦੇ ਦਿੱਤੇ ਹੋਏ ਚੌਲ ਚੱਬ ਕੇ ਬਿਨਾਂ ਕਹਿਣ ਤੋਂ ਹੀ ਚਾਰੇ ਪਦਾਰਥ ਉਸ ਦੇ ਘਰ ਵਿੱਚ ਪਹੁੰਚਾ ਦਿੱਤੇ। ਇਉਂ ਹੋਰ ਪਿਆਰ ਦੇ ਬਚਨ ਕੀਤੇ ਤੇ ਫਿਰ ਕ੍ਰਿਸ਼ਨ ਜੀ ਨੇ ਵਿਦਾ ਕਰ ਦਿੱਤਾ। ਰਸਤੇ ਵਿੱਚ ਆਉਂਦਾ ਹੋਇਆ ਸੋਚਦਾ ਹੈ ਕਿ ਇਤਨੇ ਚਿਰ ਬਾਅਦ ਕ੍ਰਿਸ਼ਨ ਜੀ ਨੂੰ ਮਿਲਿਆ, ਫਿਰ ਵੀ ਕੁਝ ਮੰਗ ਨਾ ਸਕਿਆ ਤੇ ਉਹਨਾਂ ਨੇ ਵੀ ਕੁਝ ਨਹੀਂ ਦਿੱਤਾ। ਇਉਂ ਵਿਚਾਰਦਾ ਹੋਇਆ ਜਦ ਆਪਣੇ ਨਗਰ ਪਹੁੰਚਾ ਤਾਂ ਉੱਥੇ ਸੋਨੇ ਦੇ ਮਹਿਲ ਬਣੇ ਹੋਏ ਦੇਖੇ ਅਤੇ ਹੋਰ ਪਦਾਰਥ ਦੇਖ ਕੇ ਨਿਹਾਲ ਹੋ ਗਿਆ। ਇਉਂ ਸੁਦਾਮੇ ਨੂੰ ਵੀ ਕਰਤਾਰਥ ਕੀਤਾ। ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਬਿਪ ਸੁਦਾਮਾ ਦਾਲਦੀ, ਬਾਲ ਸਖਾਈ ਮਿੱਤਰ ਸਦਾਏ, ਲਾਗੂ ਹੋਈ ਬਾਹਮਣੀ, ਮਿਲ ਜਗਦੀਸ਼ ਦਲਿੱਦਰ ਗਵਾਏ, ਚੱਲਿਆ ਗਿਣਦਾ ਗਟੀਆਂ, ਕਿਉ ਕਰ ਜਾਈਐ ਕੌਣ ਮਿਲਾਏ, ਪਹੁਤਾ ਨਗਰ ਦੁਆਰਕਾ, ਸਿੰਘ ਦੁਆਰ ਖਲੋਤਾ ਜਾਏ, ਦੂਰੋਂ ਦੇਖ ਡੰਡੌਤ ਕਰ, ਛੱਡ ਸਿੰਘਾਸਣ ਹਰ ਜੀ ਆਏ, ਪਹਿਲੇ ਦੇ ਪਰ ਦਖਣਾ, ਪੈਰੀ ਪੈ ਕੇ ਲੈ ਗਲ ਲਾਏ, ਚਰਨ ਉਦਕ ਲੈ ਪੈਰ ਧੋਏ, ਸਿੰਘਾਸਣ ਉੱਤੇ ਬੈਠਾਏ, ਪੁੱਛੇ ਕੁਸਲ ਪਿਆਰ ਕਰ, ਗੁਰ ਸੇਵਾ ਦੀ ਕਥਾ ਸੁਣਾਏ, ਲੈ ਕੇ ਤੰਦਲ ਚੱਬੇ ਹੋਣ, ਵਿਦਾ ਕਰੇ ਅੱਗੇ ਪਹੁੰਚਾਏ, ਚਾਰ ਪਦਾਰਥ ਸकुच ਪਠਾਏ। ਔਰ ਇਸੇ ਪ੍ਰਕਾਰ ਉਗਰਸੈਨ ਜੋ ਕੰਸ ਦਾ ਪਿਤਾ ਤੇ ਭਗਵਾਨ ਕ੍ਰਿਸ਼ਨ ਜੀ ਦਾ ਨਾਨਾ ਸੀ, ਇਸ ਦੇ ਕੋਲੋਂ ਇਸ ਦੇ ਪੁੱਤਰ ਕੰਸ ਨੇ ਜ਼ਬਰਦਸਤੀ ਸਾਰਾ ਰਾਜ ਭਾਗ ਖੋਲ੍ਹਿਆ ਸੀ। ਫਿਰ ਕ੍ਰਿਸ਼ਨ ਭਗਵਾਨ ਨੇ ਕੰਸ ਨੂੰ ਜੰਗ ਵਿੱਚ ਮਾਰ ਕੇ ਆਪਣੇ ਨਾਨੇ ਉਗਰਸੈਨ ਨੂੰ ਸਾਰਾ ਰਾਜ ਭਾਗ ਦੇ ਕੇ ਕਿਰਤਾਰਥ ਕੀਤਾ ਅਤੇ ਅੰਤ ਵੇਲੇ ਮੁਕਤ ਕਰ ਦਿੱਤਾ। ਉਗਰਸੈਨ ਕੋ ਰਾਜ ਅਭੈ ਭਗਤਹਿ ਜਨ ਦਿਓ, ਜਪਹੀਨ ਤਪਹੀਨ ਕੁਲਹੀਨ ਕਰਮਹੀਨ, ਨਾਮੇ ਕੇ ਸੁਆਮੀ ਤੇਉ ਤਰੇ,
ਜਪ ਮੰਤਰ ਪਾਠ ਤੋਂ ਹੀਨ ਹੀਣੀ, ਵੇਸਵਾ ਤਪ ਤਪੱਸਿਆ ਤੋਂ ਹੀਣੀ ਕੁਬਜਾ, ਕੁਲ ਤੋਂ ਹੀਣਾ ਵਿਆਦ, ਅਤੇ ਸ੍ਰੇਸ਼ਟ ਕਰਮ ਕਰਮਾਂ ਤੋਂ ਹੀਣਾ ਰਹਿਤ ਅਜਾਮਲ ਸੀ। ਭਗਤ ਨਾਮੇ ਨਾਮਦੇਵ ਜੀ ਕਥਨ ਕਰਦੇ ਹਨ ਕਿ ਇਉਂ ਤੇਉ ਉਹ ਸਾਰੇ ਮੇਰੇ ਸੁਆਮੀ ਮਾਲਕ ਪਰਮੇਸ਼ਰ ਦੇ ਨਾਮ ਨੂੰ ਜਪ ਕਰਕੇ ਇਸ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਫਿਰ ਅਸੀਂ ਐਸੇ ਨਾਮ ਨੂੰ ਜਪ ਕੇ ਕਿਉਂ ਨਹੀਂ ਤਰਾਂਗੇ? ਭਾਵ ਸਾਨੂੰ ਨਿਸ਼ਚੇ ਹੈ ਕਿ ਅਸੀਂ ਜ਼ਰੂਰ ਬਰ ਜ਼ਰੂਰ ਤਰ ਜਾਵਾਂਗੇ। ਇਉਂ ਭਗਤ ਨਾਮਦੇਵ ਜੀ ਨੇ ਉਸ ਤਰਕ ਕਰਨ ਵਾਲੇ ਨੂੰ ਉਪਦੇਸ਼ ਦੇ ਕੇ ਕਿਰਤਾਰਥ ਕੀਤਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।